ਹੈਲੋ ਸਟੂਡੈਂਟਸ, ਅੱਜ ਆਪਾਂ ਕਰਨ ਜਾ ਰਹੇ ਹਾਂ ਚੈਪਟਰ 9th ਰੈਸ਼ਨ ਨੰਬਰਸ ਪ੍ਰਮੇय ਸੰਖਿਆਵਾਂ। ਅੱਜ ਆਪਾਂ ਇਸ ਚੈਪਟਰ ਦੇ ਸਵਾਲਾਂ ਦੀ ਰਿਵੀਜ਼ਨ ਕਰਾਂਗੇ। ਰਿਵੀਜ਼ਨ ਕਰਨ ਤੋਂ ਪਹਿਲਾਂ ਆਓ ਜਾਣੀਏ ਪ੍ਰਮੇय ਸੰਖਿਆ ਕੀ ਹੁੰਦੀ ਹੈ। ਪ੍ਰਮੇय ਸੰਖਿਆ ਉਹ ਸੰਖਿਆ ਜਿਸ ਨੂੰ ਅਸੀਂ P/Q ਦੇ ਰੂਪ ਵਿੱਚ ਲਿਖ ਸਕਦੇ ਹਾਂ। ਹੁਣ ਇੱਥੇ P ਤੇ Q ਕੀ ਨੇ? P ਅਤੇ Q ਇਹ ਸਾਡੇ ਕੋਲ ਨੇ ਸੰਪੂਰਨ ਸੰਖਿਆਵਾਂ। ਕਿਹੜੀਆਂ ਸੰਖਿਆਵਾਂ? ਸੰਪੂਰਨ ਸੰਖਿਆਵਾਂ। ਪਰ Q ਬਰਾਬਰ ਨਹੀਂ ਹੈ 0। Q ਦਾ ਮੁੱਲ ਅਸੀਂ 0 ਨਹੀਂ ਲੈਣਾ। ਹੁਣ ਸੰਪੂਰਨ ਸੰਖਿਆਵਾਂ ਹੁੰਦੀਆਂ ਕੀ ਆ? 0 ਸੱਜੇ ਪਾਸੇ ਪਲੱਸ ਵਾਲੀਆਂ, ਇਸ ਤਰ੍ਹਾਂ 5 6 ਐਂਡ ਸੋ ਔਨ, ਤੇ ਖੱਬੇ ਪਾਸੇ ਮਾਈਨਸ ਵਾਲੀਆਂ। ਇਹ ਸਾਰੀਆਂ ਕਿਹੜੀਆਂ ਸੰਖਿਆਵਾਂ ਨੇ? ਸੰਪੂਰਨ ਸੰਖਿਆਵਾਂ। P ਤੇ Q ਦਾ ਮੁੱਲ ਇਹਨਾਂ ਵਿੱਚੋਂ ਕੋਈ ਵੀ ਮੁੱਲ ਲੈ ਸਕਦੇ ਅਸੀਂ। ਅੱਗੇ ਵੀ ਬਹੁਤ ਸਾਰੀਆਂ ਨੇ। Q ਦਾ ਮੁੱਲ ਇਹਨਾਂ ਵਿੱਚੋਂ ਕੋਈ ਵੀ ਲੈ ਸਕਦੇ, ਪਰ Q ਦਾ ਮੁੱਲ 0 ਨਹੀਂ ਲੈਣਾ। ਹੁਣ ਆਪਾਂ ਉਦਾਹਰਨਾਂ ਲੈ ਲੈਂਦੇ ਹਾਂ। -3/7, ਇੱਦਾਂ ਹੀ ਹੋਰ ਉਦਾਹਰਨ ਲੈ ਲੈਂਦੇ ਹਾਂ। 6/9। ਹੁਣ ਇੱਥੇ ਦੇਖੋ -3 ਵੀ ਕੀ ਹੈ? ਇੱਕ ਸੰਪੂਰਨ ਸੰਖਿਆ। 7 ਵੀ ਕੀ ਹੈ? ਇੱਕ ਸੰਪੂਰਨ ਸੰਖਿਆ। ਇਹਦਾ ਮਤਲਬ P ਦਾ ਮੁੱਲ ਵੀ ਸੰਪੂਰਨ ਸੰਖਿਆ ਤੇ Q ਦਾ ਵੀ ਸੰਪੂਰਨ ਸੰਖਿਆ। ਇਹਦਾ ਮਤਲਬ -3/7 ਇੱਕ ਪ੍ਰਮੇय ਸੰਖਿਆ ਹੈ। ਇਸੇ ਤਰ੍ਹਾਂ 6 ਤੇ 9 ਦੋਨੇ ਹੀ ਕੀ ਨੇ? ਸੰਪੂਰਨ ਸੰਖਿਆਵਾਂ। ਸੰਪੂਰਨ ਸੰਖਿਆਵਾਂ ਨੂੰ ਜਦੋਂ P/Q ਦੇ ਰੂਪ ਵਿੱਚ ਲਿਖਤਾ ਸੀ ਤਾਂ ਉਹ ਸਾਡੇ ਕੋਲ ਕੀ ਬਣ ਗਈ ਹੈ? ਪ੍ਰਮੇय ਸੰਖਿਆ। ਹੋਰ ਉਦਾਹਰਨ ਲੈ ਲੈਂਦੇ ਹਾਂ। 0/6। ਹੁਣ ਇਹ 0/6 ਵੀ ਪ੍ਰਮੇय ਸੰਖਿਆ ਹੈ। ਕਿਉਂ? ਕਿਉਂਕਿ 0 ਵੀ ਕੀ ਹੈ? ਇੱਕ ਸੰਪੂਰਨ ਸੰਖਿਆ। 6 ਵੀ ਕੀ ਹੈ? ਇੱਕ ਸੰਪੂਰਨ ਸੰਖਿਆ। ਇਸ ਕਰਕੇ ਇਹ ਵੀ ਕੀ ਹੈ? ਇੱਕ ਪ੍ਰਮੇय ਸੰਖਿਆ। ਹੁਣ ਮੰਨ ਲਓ ਮੈਂ ਇੱਕ ਸੰਖਿਆ ਲਈ 5/0। ਹੁਣ ਆਪਾਂ ਚੈੱਕ ਕਰਨਾ ਕਿ ਇਹ ਪ੍ਰਮੇय ਸੰਖਿਆ ਹੈ। P ਦਾ ਮੁੱਲ 5 ਇੱਕ ਸੰਪੂਰਨ ਸੰਖਿਆ ਹੈ। 0 ਵੀ ਕੀ ਹੈ? ਇੱਕ ਸੰਪੂਰਨ ਸੰਖਿਆ। ਪਰ ਆਪਾਂ ਕਹਿ ਚੁੱਕੇ ਹਾਂ ਵੀ Q ਦਾ ਮੁੱਲ ਅਸੀਂ 0 ਨਹੀਂ ਲੈਣਾ। ਇਹਦਾ ਮਤਲਬ 5/0 ਸੰਪੂਰਨ ਸੰਖਿਆ ਨਹੀਂ ਹੈ। ਕਿਉਂਕਿ ਆਪਾਂ ਜਦੋਂ ਕਿਸੇ ਨੂੰ 0 ਨਾਲ ਡਿਵਾਈਡ ਕਰਦੇ ਹਾਂ, ਭਾਗ ਕਰਦੇ ਹਾਂ, ਤਾਂ ਉਹਦਾ ਮੁੱਲ ਜਿਹੜਾ ਵਾ ਉਹ ਪਰਿਭਾਸ਼ਿਤ ਨਹੀਂ ਹੁੰਦਾ। ਇਸ ਕਰਕੇ ਇਹ ਸਾਡੀ ਪ੍ਰਮੇय ਸੰਖਿਆ ਨਹੀਂ ਹੈ। ਆਓ ਹੁਣ ਅਸੀਂ ਇਹਦੇ ਨਾਲ ਸੰਬੰਧਿਤ ਆਪਾਂ ਨੂੰ ਜਾਣਕਾਰੀ ਮਿਲ ਗਈ ਆ ਵੀ ਪ੍ਰਮੇय ਸੰਖਿਆਵਾਂ ਕਿਸ ਤਰ੍ਹਾਂ ਦੀਆਂ ਹੁੰਦੀਆਂ। ਇਹਦੇ ਨਾਲ ਸੰਬੰਧਿਤ ਸਵਾਲ ਜਿਹੜੇ ਆ ਉਹ ਆਪਾਂ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਅਸੀਂ ਕਰਾਂਗੇ ਪ੍ਰਮੇय ਸੰਖਿਆ ਨੂੰ ਸੰਖਿਆ ਰੇਖਾ ਤੇ ਦਰਸਾਉਣਾ। ਸੰਖਿਆ ਰੇਖਾ ਤੇ ਦਰਸਾਉਣਾ। ਹੁਣ ਇਹ ਆਪਾਂ ਕਿੱਦਾਂ ਦਰਸਾ ਸਕਦੇ ਹਾਂ? ਹੁਣ ਆਪਾਂ ਨੂੰ ਪਤਾ ਆਪਾਂ ਸੰਪੂਰਨ ਸੰਖਿਆਵਾਂ ਨੂੰ ਸੰਖਿਆ ਰੇਖਾ ਤੇ ਦਰਸਾਉਂਦੇ ਹਾਂ। ਕਿਸ ਤਰ੍ਹਾਂ ਦਰਸਾਉਂਦੇ ਹਾਂ? ਇਹ ਸੰਖਿਆ ਰੇਖਾ ਸੈਂਟਰ ਦੇ ਵਿੱਚ ਅਸੀਂ 0 ਲੈਂਦੇ ਹਾਂ। ਸੱਜੇ ਪਾਸੇ ਅਸੀਂ ਪਲੱਸ ਵਾਲੀਆਂ ਬਰਾਬਰ ਦੂਰੀ ਤੇ ਰੱਖ ਕੇ ਨਿਸ਼ਾਨ ਲਗਾ ਕੇ ਅਸੀਂ ਪਲੱਸ ਵਾਲੀਆਂ ਰਕਮਾਂ ਲੈ ਲੈਂਦੇ ਹਾਂ, ਜੋੜ ਵਾਲੀਆਂ, ਤੇ 0 ਦੇ ਖੱਬੇ ਪਾਸੇ ਅਸੀਂ ਉਨੀ ਦੂਰੀ ਲੈ ਕੇ ਅਸੀਂ ਮਾਈਨਸ ਵਾਲੀਆਂ ਸੰਖਿਆਵਾਂ ਲੈਂਦੇ ਹਾਂ। 1 2 3 4 5 6 7 8। ਇੱਧਰ ਨੂੰ ਆ ਗਿਆ -1 -2 -3 -4 -5 -6 -7 ਐਂਡ ਤੀਰ ਦਾ ਮਤਲਬ ਹੈਗਾ ਸੋ ਔਨ। ਜਿੰਨੀਆਂ ਮਰਜ਼ੀ ਅਸੀਂ ਗਾਂ ਦੀ ਗਾਂ ਸੰਖਿਆਵਾਂ ਲਿਖ ਸਕਦੇ ਹਾਂ। ਇਹ ਤਾਂ ਅਸੀਂ ਸੰਪੂਰਨ ਸੰਖਿਆਵਾਂ ਨੂੰ ਦਰਸਾਇਆ ਸੰਖਿਆ ਰੇਖਾ ਤੇ। ਅਸੀਂ ਕਿਹਨਾਂ ਨੂੰ ਦਰਸਾਉਣਾ? ਪ੍ਰਮੇय ਸੰਖਿਆ ਨੂੰ। ਪ੍ਰਮੇय ਸੰਖਿਆ ਕਿਹੜੀਆਂ? ਜਿਹੜੀਆਂ P/Q ਦੇ ਰੂਪ ਵਿੱਚ ਹਨ। ਹੁਣ ਆਓ ਉਹਨਾਂ ਨੂੰ ਆਪਾਂ ਕਿਸ ਤਰ੍ਹਾਂ ਦਰਸਾਉਣਾ ਉਹ ਆਪਾਂ ਦੇਖਦੇ ਹਾਂ। ਹੁਣ ਇਸੇ ਤਰੀਕੇ ਨਾਲ ਅਸੀਂ ਇੱਕ ਉਦਾਹਰਨ ਲੈਂਦੇ ਹਾਂ। ਮੰਨ ਲਓ ਪਹਿਲਾ ਸਵਾਲ ਹੈ 1/2 ਅਤੇ -1/2 ਨੂੰ ਸੰਖਿਆ ਰੇਖਾ ਤੇ ਦਰਸਾਓ। ਹੁਣ ਸਭ ਤੋਂ ਪਹਿਲਾਂ ਦੇਖੀਏ 1/2 ਸੰਖਿਆ ਹੈ ਕਿੰਨੀ ਕੁ? ਜਦੋਂ ਕਿਸੇ ਸੰਖਿਆ ਦਾ ਅੰਸ਼ ਹਰ ਨਾਲੋਂ ਛੋਟਾ ਹੋਵੇ ਤਾਂ ਉਹ ਸੰਖਿਆ 1 ਨਾਲੋਂ ਕੀ ਹੁੰਦੀ ਹੈ? ਛੋਟੀ ਹੁੰਦੀ ਹੈ। ਇਸ ਕਰਕੇ ਇਹਨੂੰ ਜਦੋਂ ਅਸੀਂ ਦਰਸਾਉਣਾ ਵਾ ਤਾਂ ਉਸੇ ਤਰੀਕੇ ਨਾਲ ਅਸੀਂ ਸੰਖਿਆ ਰੇਖਾ ਲਵਾਂਗੇ। ਜਦੋਂ ਤੇ ਕਿਸੇ ਸੰਖਿਆ ਰੇਖਾ ਤੇ ਜ਼ਿਆਦਾ ਗਿਣਤੀ ਵਿੱਚ ਸੰਖਿਆਵਾਂ ਨੂੰ ਦਰਸਾਉਣਾ ਹੋਵੇ ਤਾਂ ਅਸੀਂ ਫਾਸਲਾ ਥੋੜ੍ਹਾ ਲੈਂਦੇ ਹਾਂ। ਜਦੋਂ ਅਸੀਂ ਥੋੜ੍ਹੀਆਂ ਨੂੰ ਦਰਸਾਉਣਾ ਤਾਂ ਆਪਾਂ ਉਹਦੀ ਜਿਹੜੀ ਇਕਾਈ ਆ ਉਹ ਵੱਡੀ ਵੀ ਲੈ ਸਕਦੇ ਹਾਂ। ਜਾਂ 0, ਜਿੱਦਾਂ ਇਹ ਸੰਖਿਆ 1 ਤੋਂ ਛੋਟੀ ਆ ਤਾਂ ਮੈਂ ਕੀ ਲਊਂਗਾ? 0 ਤੋਂ 1 ਇੱਥੇ ਲੈ ਲੈਣਾ 1।
ਉਨੀ ਦੂਰੀ ਤੇ ਖੱਬੇ ਪਾਸੇ ਕੀ ਹੋਏਗਾ -1। ਜਿੰਨੀ ਦੂਰੀ ਤੇ 0 ਤੋਂ ਸੱਜੇ ਪਾਸੇ 1 ਹੋਏਗਾ ਉਨੀ ਦੂਰੀ ਤੇ 0 ਤੋਂ ਖੱਬੇ ਪਾਸੇ -1 ਹੋਏਗਾ। ਹੁਣ ਅਸੀਂ 1/2 ਨੂੰ ਦਰਸਾਈਏ। 1/2 ਦਾ ਕੀ ਮਤਲਬ ਹੈ? 1/2 ਦਾ ਮਤਲਬ ਹੈਗਾ 0 ਤੋਂ 1 ਤੱਕ ਅਸੀਂ 2 ਹਿੱਸੇ ਕਰਾਂਗੇ, ਇਹਦੇ 2 ਭਾਗ ਕਰਾਂਗੇ, ਉਹਨਾਂ ਚੋਂ 1 ਭਾਗ ਲਵਾਂਗੇ। ਇਹਦੇ 2 ਭਾਗ ਕਰੀਏ, ਬਰਾਬਰ ਬਰਾਬਰ ਕਰਨੇ ਆ। ਆਹ ਸੈਂਟਰ 'ਚ ਨਿਸ਼ਾਨ ਲਗਾਤਾ, ਅਸੀਂ 2 ਭਾਗ ਹੋ ਗਏ। ਆਹ ਪਹਿਲਾ ਭਾਗ ਹੈ, ਇਹ ਦੂਜਾ। ਜਿਹੜਾ ਪਹਿਲਾ ਭਾਗ ਹੈ ਦੋਵਾਂ ਵਿੱਚੋਂ ਪਹਿਲਾ ਭਾਗ ਇਹ ਸਾਡਾ ਬਣ ਗਿਆ 1/2। ਇਹਦਾ ਮਤਲਬ ਆਹ ਵਾਲਾ ਬਿੰਦੂ ਕਿਹਨੂੰ ਦਰਸਾ ਰਿਹਾ 1/2 ਨੂੰ। ਹੁਣ ਜਿੰਨੇ ਫਾਸਲੇ ਤੋਂ 0 ਤੋਂ ਸੱਜੇ ਪਾਸੇ 1/2 ਹੈ ਉਨੇ ਫਾਸਲੇ ਤੇ 0 ਤੋਂ ਖੱਬੇ ਪਾਸੇ ਕੀ ਹੋਏਗਾ -1/2। ਇਸੇ ਤਰੀਕੇ ਨਾਲ ਅਸੀਂ 0 ਤੋਂ -1 ਦੇ 2 ਹਿੱਸੇ ਕਰਾਂਗੇ। 2 ਹਿੱਸੇ ਕਰਤੇ, ਉਹਦੇ ਵਿੱਚੋਂ ਜਿਹੜਾ ਪਹਿਲਾ ਹਿੱਸਾ ਵਾ ਉਹ ਕਿਹਨੂੰ ਦਰਸਾ ਰਿਹਾ ਵਾ -1/2 ਨੂੰ। ਇਹਦਾ ਮਤਲਬ ਆਹ ਜਿਹੜਾ ਪੁਆਇੰਟ ਆ ਇਹ ਕਿਹਨੂੰ ਦਰਸਾਊਗਾ -1/2 ਨੂੰ। ਆਓ ਅਸੀਂ ਹੋਰ ਐਗਜ਼ਾਮਪਲ ਦੇਖਦੇ ਹਾਂ ਇਸੇ ਤਰੀਕੇ ਨਾਲ। ਮੰਨ ਲਓ ਸਾਡੇ ਕੋਲ ਰਕਮ ਹੈਗੀ ਆ -4/5। ਹੁਣ ਇਹਨੂੰ ਅਸੀਂ ਸੰਖਿਆ ਰੇਖਾ ਤੇ ਦਰਸਾਉਣਾ। ਇਹਦੇ ਨਾਲ ਹੀ ਅਸੀਂ ਪਲੱਸ ਵਾਲੀ ਵੀ ਦਰਸਾਵਾਂਗੇ, ਕਿਹੜੀ 4/5, ਤਾਂ ਕਿ ਸਾਨੂੰ ਕਨਸੈਪਟ ਕਲੀਅਰ ਹੋ ਜਾਏ। ਹੁਣ ਇਹਦੇ ਵਿੱਚ ਦੇਖੋ ਸੰਖਿਆ ਰੇਖਾ ਬਣਾ ਲਈ ਅਸੀਂ। ਹੁਣ ਧਿਆਨ ਦਿਓ, ਪਹਿਲੋਂ ਪਲੱਸ ਵਾਲੀ ਨੂੰ ਦੇਖੀਏ। 4/5 ਇਹਦਾ ਹਰ ਵੱਡਾ ਵਾ ਅੰਸ਼ ਨਾਲੋਂ। ਇਹਦਾ ਮਤਲਬ ਇਹ ਸੰਖਿਆ ਜਿਹੜੀ ਹੈ 1 ਤੋਂ ਛੋਟੀ ਆ। ਇਹਦਾ ਮਤਲਬ ਸੰਖਿਆ ਰੇਖਾ ਤੇ ਅਸੀਂ ਆਹ 0 ਲੈ ਲਈ, 1 ਇਕਾਈ ਤੱਕ ਹੀ ਜਾਣਾ, ਗਾਂਹ ਜਾਣ ਦੀ ਲੋੜ ਨਹੀਂ, ਕਿਉਂਕਿ ਸਾਡੀ ਸੰਖਿਆ ਜਿਹੜੀ 1 ਤੋਂ ਛੋਟੀ ਆ ਇਹਦੇ ਵਿੱਚ ਹੀ ਆ ਜਾਏਗੀ। ਜਿੰਨੀ ਦੂਰੀ ਤੇ ਉਧਰ 1 ਹੈ ਉਨੀ ਦੂਰੀ ਤੇ ਉਧਰ ਕੀ ਹੈ -1 ਹੈ। ਹੁਣ 4/5 ਨੂੰ ਦਰਸਾਉਣ ਲਈ ਅਸੀਂ 0 ਤੋਂ 1 ਤੱਕ, ਕਿਉਂਕਿ ਪਲੱਸ ਦੀ ਹੈ, 0 ਤੋਂ ਸੱਜੇ ਪਾਸੇ ਜਾਵਾਂਗੇ, ਇਹਦੇ 5 ਬਰਾਬਰ ਹਿੱਸੇ ਕਰਾਂਗੇ। ਬਰਾਬਰ ਹਿੱਸੇ ਕਿਸ ਤਰ੍ਹਾਂ ਕਰਨੇ ਆ ਆਪਾਂ ਆਈਡੀਆ ਦੇ ਨਾਲ ਦੇਖ ਲੈਣਾ। ਇੱਥੇ ਹੁਣ ਤੁਸੀਂ ਕਾਪੀ ਤੇ ਫੁੱਟੇ ਦੇ ਨਾਲ ਐਗਜ਼ੈਕਟ 5 ਹਿੱਸੇ ਕਰ ਸਕਦੇ ਹੋ। ਹੁਣ ਮੰਨ ਲਓ 1 ਹਿੱਸਾ 2 3 4 ਤੇ 5, 1 2 3 4 5। ਹੁਣ ਦੇਖੋ ਧਿਆਨ ਨਾਲ, ਜਿਹੜਾ ਪਹਿਲਾ ਹਿੱਸਾ ਵਾ ਉਹ ਕਿਹਨੂੰ ਦਰਸਾ ਰਿਹਾ? 5 ਵਿੱਚੋਂ ਪਹਿਲਾ ਹਿੱਸਾ 1/5 ਨੂੰ ਦਰਸਾ ਰਿਹਾ। 5 ਵਿੱਚੋਂ ਦੂਜਾ ਹਿੱਸਾ 2/5 ਨੂੰ ਦਰਸਾ ਰਿਹਾ। 5 ਵਿੱਚੋਂ ਤੀਜਾ ਹਿੱਸਾ 3/5 ਨੂੰ ਦਰਸਾ ਰਿਹਾ। ਚੌਥਾ ਹਿੱਸਾ 4/5 ਨੂੰ ਦਰਸਾ ਰਿਹਾ। ਤੇ ਜਿਹੜਾ ਪੰਜਵਾਂ ਲੱਗਾ ਵਾ ਪੁਆਇੰਟ ਉਹ ਕਿਹਨੂੰ ਦਰਸਾ ਰਿਹਾ 5/5 ਨੂੰ। ਤੇ ਜਦੋਂ 5/5 ਨੂੰ ਕੱਟ ਦਿਆਂਗੇ ਤੇ ਸਾਡਾ ਜਵਾਬ ਕਿੰਨਾ ਆ ਜਾਣਾ 1 ਆ। ਤੇ 1 ਹੀ ਇੱਥੋਂ ਤੱਕ ਹੁੰਦਾ। ਅਸੀਂ ਕਿਹਨੂੰ ਦਰਸਾਉਣਾ 4/5 ਨੂੰ। ਇਹਦਾ ਮਤਲਬ ਆਹ ਜਿਹੜਾ ਪੁਆਇੰਟ ਹੈ ਕਿਹਨੂੰ ਦਰਸਾ ਰਿਹਾ 4/5 ਨੂੰ। ਹੁਣ ਜਿੰਨੀ ਦੂਰੀ ਤੇ 0 ਤੋਂ 4/5 ਸੱਜੇ ਪਾਸੇ ਆ ਉਨੀ ਦੂਰੀ ਤੇ ਉਹਦੀ ਨੈਗੇਟਿਵ ਸੰਖਿਆ ਮਾਈਨਸ ਵਾਲੀ ਸੰਖਿਆ ਖੱਬੇ ਪਾਸੇ ਹੋਏਗੀ। ਇਸੇ ਤਰੀਕੇ ਨਾਲ 0 ਤੋਂ -1 ਤੱਕ ਅਸੀਂ ਕਿੰਨੇ ਹਿੱਸੇ ਕਰਾਂਗੇ 5 ਬਰਾਬਰ, 1 2 3 4 ਤੇ 5 ਹਿੱਸੇ ਹੋ ਗਏ। 0 ਦੇ ਨਾਲ ਪਹਿਲਾ ਹਿੱਸਾ ਕਿਹਨੂੰ ਦਰਸਾ ਰਿਹਾ -1/5 ਨੂੰ। 5 ਚੋਂ 1 ਹਿੱਸਾ। ਦੂਜਾ ਕੀ ਦਰਸਾ ਰਿਹਾ -2/5 ਨੂੰ, -3/5 ਨੂੰ। ਇਹ ਕਿਹਨੂੰ ਦਰਸਾ ਰਿਹਾ -4/5 ਨੂੰ। ਤੇ ਇਹ ਕਿਹਨੂੰ ਦਰਸਾ ਰਿਹਾ -5/5 ਨੂੰ। ਤੇ -5/5 ਕੱਟ ਕੇ ਕਿੰਨਾ ਆ ਜਾਂਦਾ 5 ਨਾਲ 5 ਕੱਟਿਆ 1 ਦੇ ਨਾਲ ਮਾਈਨਸ ਹੈ -1। ਅਸੀਂ ਕਿਹਨੂੰ ਦਰਸਾਉਣਾ -4/5 ਨੂੰ। ਇਹਦਾ ਮਤਲਬ ਆਹ ਵਾਲਾ ਜਿਹੜਾ ਪੁਆਇੰਟ ਆ ਉਹ ਕਿਹਨੂੰ ਦਰਸਾ ਰਿਹਾ -4/5 ਨੂੰ। ਇਸ ਤਰੀਕੇ ਨਾਲ ਅਸੀਂ ਇਹਨਾਂ ਨੂੰ ਸੰਖਿਆ ਰੇਖਾ ਤੇ ਦਰਸਾ ਸਕਦੇ ਹਾਂ। ਆਓ ਆਪਾਂ ਇੱਕ ਹੋਰ ਐਗਜ਼ਾਮਪਲ ਲੈਂਦੇ ਹਾਂ। ਸਾਡੇ ਕੋਲ ਹੁਣ ਸੰਖਿਆ ਅਸੀਂ ਲਈ ਹੈ 5/8 ਤੇ ਇਹਦਾ ਨੈਗੇਟਿਵ ਰੂਪ -5/8। ਹੁਣ ਇਹਨੂੰ ਅਸੀਂ ਸੰਖਿਆ ਰੇਖਾ ਤੇ ਕਿਵੇਂ ਦਰਸਾਉਣਾ? ਉਸੇ ਤਰੀਕੇ ਨਾਲ ਅਸੀਂ ਸੰਖਿਆ ਰੇਖਾ ਬਣਾਵਾਂਗੇ। ਹੁਣ ਧਿਆਨ ਦਿਓ 5/8 ਅੰਸ਼ ਛੋਟਾ ਹਰ ਨਾਲੋਂ, ਇਸ ਕਰਕੇ ਇਹ ਵੀ ਸੰਖਿਆ 1 ਤੋਂ ਛੋਟੀ ਆ। ਇਹਦਾ ਮਤਲਬ ਅਸੀਂ 1 ਤੱਕ ਹੀ ਲਵਾਂਗੇ, ਇਕਾਈ ਵੱਡੀ ਲੈ ਲੈਣੀ, ਕਿਉਂਕਿ ਅਸੀਂ ਹਿੱਸੇ ਜ਼ਿਆਦਾ ਕਰਨੇ ਆ ਤੇ ਥੋੜੇ ਜ਼ਿਆਦਾ ਹੋ ਜਾਣਗੇ, ਹਿੱਸੇ ਵੱਡੇ ਹੋ ਜਾਣਗੇ। ਹੁਣ 1 ਹੈ ਤੇ ਉਨੀ ਦੂਰੀ ਤੇ ਖੱਬੇ ਪਾਸੇ ਕੀ ਲਵਾਂਗੇ ਅਸੀਂ -1, ਕਿਉਂਕਿ ਅਸੀਂ ਮਾਈਨਸ ਵਾਲੀ ਸੰਖਿਆ ਨੂੰ ਵੀ ਦਰਸਾਉਣਾ। ਹੁਣ ਅਸੀਂ ਹਿੱਸੇ ਕਿੰਨੇ ਕਰਨੇ 0 ਤੋਂ 1 ਤੱਕ 8 ਹਿੱਸੇ ਕਰਨੇ। 8 ਹਿੱਸੇ ਕਰਨ ਦਾ ਤਰੀਕਾ ਬਹੁਤ ਸੌਖਾ ਵਾ। ਇਹਦੇ ਪਹਿਲੋਂ 2 ਹਿੱਸੇ ਕਰ ਲਓ ਸੈਂਟਰ 'ਚ ਬਿਲਕੁਲ ਨਿਸ਼ਾਨ ਲਾ ਕੇ, 2 ਹੋ ਗਏ। ਹੁਣ ਇਹਦੇ 2 ਹਿੱਸੇ, ਇਹਦੇ ਵੀ ਕਿੰਨੇ ਹਿੱਸੇ ਕਰ ਲੈਣੇ ਆ 2 ਬਰਾਬਰ ਹਿੱਸੇ ਕਰ ਲੈਣੇ, 4 ਹੋ ਗਏ। 1 2 3 4। ਹੁਣ ਹਰੇਕ ਦੇ 2 ਕਰ ਲਓ, 2
2 2 2। ਹੁਣ ਧਿਆन ਨਾਲ ਦੇਖੋ, ਪਹਿला दूजा तीजा चौथा पंजवां छेवां सतवां ते अठवां। सेम इसे तरीके नाल असीं क्योंकि -5/8 ਨੂੰ भी दर्शाउणा, असीं इधर भी किन्ने हिस्से करांगे 8 हिस्से करांगे। 2 2 ਦੇ ਗਾਂਹ किन्ने हो गए 4 हो गए, 4 ਦੇ ਗਾਂਹ किन्ने हो गए, हरेक ਦੇ 2 2 हिस्से कर लो तो साढ़े को किन्ने हिस्से बन गए 8। 1 2 3 4 5 6 7 8 हिस्से बन गए। हुण असीं 5/8 ਨੂੰ दर्शाइए। 8 हिस्सिਆਂ ਚੋਂ ਪਹਿਲਾ ਹਿੱਸਾ 0 ਦੇ ਨਾਲ ਦਾ 1/8, ਇਹ ਕੀ ਆ 2/8, ਇਹ 3/8, ਇਹ 4/8, ਇਹ ਕੀ ਆ 5/8, ਇਹ ਕੀ ਹੋਏਗਾ 6/8, 7/8, 8/8 ਕੱਟ ਕੇ ਕਿੰਨਾ ਆ ਜਾਣਾ 1 ਆ ਜਾਣਾ। ਅਸੀਂ ਕਿਹਨੂੰ ਦਰਸਾਉਣਾ 5/8 ਨੂੰ। 5/8 ਨੂੰ ਦਰਸਾਉਣਾ ਤੇ ਆਹ ਸਾਡਾ ਪੁਆਇੰਟ ਜਿਹੜਾ ਵਾ ਇਹ 5/8 ਨੂੰ ਦਰਸਾ ਰਿਹਾ। ਹੁਣ ਜਿੰਨੀ ਦੂਰੀ ਤੇ 0 ਤੋਂ ਸੱਜੇ ਪਾਸੇ 5/8 ਆ, ਉਨੀ ਦੂਰੀ ਤੇ 0 ਤੋਂ ਖੱਬੇ ਪਾਸੇ ਕੀ ਹੋਏਗਾ -5/8। ਪਹਿਲਾ ਜਿਹੜਾ ਪੁਆਇੰਟ ਆ 8ਵਾਂ ਹਿੱਸਾ ਇਹ ਹੋਊਗਾ -1/8, ਇਹ -2/8, ਇਹ -3/8, -4/8, ਇਹ ਕੀ ਹੋਏਗਾ -5/8। ਆਹ ਵਾਲਾ ਜਿਹੜਾ ਪੁਆਇੰਟ ਹੈ -5/8 ਨੂੰ ਦਰਸਾਉਂਦਾ। ਇਸ ਤਰੀਕੇ ਨਾਲ ਅਸੀਂ ਇਹ ਸੰਖਿਆਵਾਂ ਨੂੰ ਸੰਖਿਆ ਰੇਖਾ ਤੇ ਪ੍ਰਮੇਯ ਸੰਖਿਆ ਨੂੰ ਦਰਸਾ ਸਕਦੇ ਹਾਂ। ਹੁਣ ਤੱਕ ਅਸੀਂ ਜਿੰਨੀਆਂ ਵੀ ਸੰਖਿਆਵਾਂ ਲਈਆਂ ਉਹਨਾਂ ਦੇ ਵਿੱਚ ਅਸੀਂ ਅੰਸ਼ ਛੋਟਾ ਲਿਆ, ਹਰ ਕੀ ਲਿਆ ਸੀ ਅਸੀਂ ਵੱਡਾ ਲਿਆ ਸੀ। ਉਹਦੇ ਨਾਲ ਸਾਨੂੰ ਪਤਾ ਲੱਗਿਆ ਸੀ ਵੀ ਇਹ ਸੰਖਿਆ 1 ਨਾਲੋਂ ਛੋਟੀ ਆ। ਆਓ ਹੁਣ ਅਸੀਂ ਸੰਖਿਆ ਲੈਂਦੇ ਹਾਂ ਜਿਹਦਾ ਅੰਸ਼ ਵੱਡਾ ਹੋਵੇ ਤੇ ਹਰ ਛੋਟਾ ਹੋਵੇ। ਉਹਨੂੰ ਅਸੀਂ ਸੰਖਿਆ ਰੇਖਾ ਤੇ ਕਿਸ ਤਰ੍ਹਾਂ ਦਰਸਾਉਣਾ ਵਾ। ਮੇਰੇ ਕੋਲ ਸੰਖਿਆ ਹੈਗੀ ਆ 7/4 ਤੇ ਇਹਦਾ ਨੈਗੇਟਿਵ ਰੂਪ ਵੀ ਆਪਾਂ ਲੈ ਲੈਂਦੇ ਹਾਂ -7/4। ਹੁਣ ਪਹਿਲਾਂ 7/4 ਨੂੰ ਅਸੀਂ ਸੰਖਿਆ ਰੇਖਾ ਤੇ ਦਰਸਾਉਣਾ ਵਾ। ਜਿਹੜੀ 7/4 ਆ, ਹੁਣ ਇਹਦਾ ਦੇਖੋ ਅੰਸ਼ ਵੱਡਾ ਵਾ ਹਰ ਛੋਟਾ ਵਾ, ਇਹਦਾ ਮਤਲਬ ਇਹ ਸੰਖਿਆ 1 ਤੋਂ ਵੱਡੀ ਆ। 1 ਤੋਂ ਵੱਡੀ ਭਾਵ ਜੇ ਇਹਨੂੰ ਆਪਾਂ ਕਰਕੇ ਦੇਖਾਂਗੇ, ਇਹਨੂੰ ਆਪਾਂ ਕੀ ਕਰਨਾ ਬਦਲ ਕੇ ਦੇਖਣਾ ਮਿਸ਼ਰਤ ਸੰਖਿਆ ਦੇ ਰੂਪ ਵਿੱਚ। ਉੱਥੋਂ ਪਤਾ ਲੱਗੂਗਾ ਸਾਨੂੰ ਵੀ ਇਹ ਕਿਤੇ 2 ਤੋਂ ਵੱਡੀ ਤਾਂ ਨਹੀਂ ਹੈਗੀ। ਫਿਰ ਅਸੀਂ ਸੰਖਿਆ ਰੇਖਾ ਨੂੰ ਉਸੇ ਤਰੀਕੇ ਨਾਲ ਹੀ ਉਹਦੇ ਵਿੱਚ ਜਿਹੜੇ 1 2 ਲਿਖਾਂਗੇ ਅਸੀਂ, ਉਹ ਅਸੀਂ ਅੱਗੇ ਜਾ ਸਕਦੇ ਹਾਂ, ਨਹੀਂ ਤਾਂ 1 ਤੱਕ ਜਾਂ 2 ਤੱਕ ਹੀ ਅਸੀਂ ਰਹਿ ਸਕਦੇ ਹਾਂ। ਹੁਣ 7/4 ਨੂੰ ਅਸੀਂ ਬਦਲੀਏ, 7 ਨੂੰ ਅਸੀਂ ਵਿੱਚ ਰੱਖ ਕੇ 4 ਨਾਲ ਭਾਗ ਕਰਾਂਗੇ। 4 ਏਕਮ 4, 4 ਦੂਣੀ 8 ਵੱਜ ਜਾਣਾ, ਬਾਕੀ ਕਿੰਨਾ ਬਚ ਗਿਆ ਸਾਡਾ 3। ਹੁਣ ਇਹ ਸੰਖਿਆ ਕਿੰਨੀ ਆ ਗਈ, ਇਹ ਸੰਖਿਆ ਆ ਗਈ 1 ਜਵਾਬ ਆਇਆ, 1 ਸਹੀ, ਬਾਕੀ ਕਿੰਨਾ ਵਾ 3, ਭਾਗ ਕਿੰਨੇ ਨਾਲ ਕੀਤੀ ਸੀ 4 ਨਾਲ। ਇਹ ਸੰਖਿਆ ਸਹੀਆਂ ਦੇ ਵਿੱਚ ਆ ਗਈ 1 ਸਹੀ 3/4। ਇਹਦਾ ਮਤਲਬ ਆਹ ਜਿਹੜੀ ਸੰਖਿਆ ਵਾ ਇਹ ਹੈਗੀ ਆ 1 ਸਹੀ 3/4। ਤੇ ਆਹ ਵਾਲੀ ਸੰਖਿਆ ਫਿਰ ਕੀ ਆ -1 ਸਹੀ 3/4। ਹੁਣ ਅਸੀਂ ਇਹਨੂੰ ਦਰਸਾਉਣਾ ਵਾ, ਕਿਸ ਤਰ੍ਹਾਂ ਦਰਸਾਵਾਂਗੇ। ਹੁਣ ਇਹਦੇ ਵਿੱਚ ਦੇਖੋ 1 ਪੂਰਾ ਲਵਾਂਗੇ, ਗਾਂ 1 ਤੋਂ 2 ਦੇ 4 ਹਿੱਸੇ ਕਰਾਂਗੇ, ਉਹ ਚੋਂ ਤੀਜੇ ਹਿੱਸੇ ਤੇ ਸਾਡਾ ਨਿਸ਼ਾਨ ਜਿਹੜਾ ਉਹ ਲੱਗੇਗਾ। ਇਸੇ ਤਰ੍ਹਾਂ ਇੰਨੀ ਦੂਰੀ ਤੇ ਫਿਰ ਮਾਈਨਸ ਵਾਲੀ ਆ ਜਾਏਗੀ। ਹੁਣ ਸੰਖਿਆ ਰੇਖਾ ਬਣਾਈਏ ਆਪਾਂ। ਹੁਣ ਅਸੀਂ ਇਹਦੇ ਵਿੱਚ ਆਹ ਸੈਂਟਰ 'ਚ 0 ਆ ਗਈ ਕਿਉਂਕਿ ਸੰਖਿਆ ਸਾਡੀ 1 ਤੋਂ ਵੱਡੀ ਹੋ ਗਈ। ਅਸੀਂ 1 ਗਾਂ 2 ਤੱਕ ਜਾਵਾਂਗੇ, 2 ਉਨੀ ਦੂਰੀ ਤੇ ਇੱਧਰ -1 -2। ਆਹ ਸਾਡਾ 1 ਆ ਗਿਆ, ਇਹ 2 ਆ, ਇਹ -1 ਆ, ਇਹ ਕੀ ਆ ਸਾਡਾ -2। ਹੁਣ ਦਰਸਾਈਏ ਅਸੀਂ ਸਭ ਤੋਂ ਪਹਿਲਾਂ 1 ਸਹੀ 3/4 ਨੂੰ। ਹੁਣ ਇਹ ਤੋਂ 1 ਪੂਰਾ ਇੱਥੋਂ ਤੱਕ ਤੇ ਜਾਣੇ ਜਾਣਾ। 1 ਤੋਂ 2 ਦੇ ਕਿੰਨੇ ਹਿੱਸੇ ਕਰਨੇ ਅਸੀਂ 4 ਹਿੱਸੇ। ਹੁਣ 4 ਕਰੀਏ, ਪਹਿਲਾਂ 2 ਹੋ ਗਏ, ਹਰੇਕ ਦੇ 2 2 ਹਿੱਸੇ ਕਰ ਲਓ, ਕਿੰਨੇ ਹੋ ਗਏ ਸਾਡੇ ਕੋਲ 4। ਆ ਜਿਹੜਾ ਪਹਿਲਾ ਹਿੱਸਾ ਵਾ ਇਹ ਕਿਹਨੂੰ ਦਰਸਾ ਰਿਹਾ, ਇਹ ਦਰਸਾ ਰਿਹਾ 1 ਸਹੀ 1/4 ਨੂੰ। 1 ਪੂਰਾ ਤੇ 4 ਚੋਂ 1 ਹਿੱਸਾ। ਆ ਜਿਹੜੀ ਰਕਮ ਦਰਸਾ ਰਹੀ ਹੈ ਕਿਹਨੂੰ ਦਰਸਾ ਰਹੀ, 1 ਸਹੀ 2/4 ਨੂੰ ਦਰਸਾ ਰਹੀ ਹੈ। ਤੀਜਾ ਜਿਹੜਾ ਪੁਆਇੰਟ ਆ ਇਹ ਕਿਹਨੂੰ ਦਰਸਾ ਰਿਹਾ, 1 ਸਹੀ 3/4 ਨੂੰ ਦਰਸਾ ਰਿਹਾ। ਤੇ ਜਿਹੜਾ ਚੌਥਾ ਵਾ ਉਹ ਦਰਸਾ ਰਿਹਾ 1 ਸਹੀ 4/4 ਨੂੰ ਦਰਸਾ ਰਿਹਾ। ਉਹ ਕੀ ਬਣ ਜਾਣਾ ਸਾਡਾ 2। ਇਹਦਾ ਮਤਲਬ ਆਹ ਵਾਲਾ ਜਿਹੜਾ ਸਾਡਾ ਪੁਆਇੰਟ ਆ ਇਹ 1 ਸਹੀ 3/4 ਨੂੰ ਦਰਸਾ ਰਿਹਾ। ਤੇ 1 ਸਹੀ 3/4 ਆਇਆ ਕਿੱਥੋਂ ਸੀਗਾ 7/4 ਤੋਂ। ਇਹਦਾ ਮਤਲਬ ਆਹ ਜਿਹੜਾ ਪੁਆਇੰਟ ਹੈ ਇਹ ਕਿਹਨੂੰ ਸ਼ੋ ਕਰ ਰਿਹਾ 7/4 ਨੂੰ। ਇਸੇ ਤਰੀਕੇ ਨਾਲ ਜਿੰਨੀ ਦੂਰੀ ਤੇ ਸੱਜੇ ਪਾਸੇ 7/4 ਆ, ਉਨੀ ਦੂਰੀ ਤੇ ਖੱਬੇ ਪਾਸੇ ਕੀ ਹੋਊਗਾ 0 ਤੋਂ -7/4। ਇਸੇ ਤਰੀਕੇ ਨਾਲ -1 ਤਾਂ ਲੈਣਾ ਹੀ ਲੈਣਾ। ਅੱਗੇ ਜਿਹੜੇ ਅਸੀਂ ਉਹ ਕੀ ਕਰਾਂਗੇ, ਅਗਲੇ ਦੇ ਵਿੱਚ 4 ਹਿੱਸੇ ਕਰਾਂਗੇ। 4 ਹਿੱਸੇ ਕਰਤੇ, 2 ਪਹਿਲੋਂ ਕਰਤੇ, 2 ਹੋ ਗਿਆ 4। ਪਹਿਲਾ ਹੋ ਗਿਆ -1 ਸਹੀ 3/1/4, -1 ਸਹੀ 1/4।
दूजा हो गया माइनस 1 सही 2/4 ਤੇ ਆਹ ਵਾਲਾ ਜਿਹੜਾ ਪੁਆਇੰਟ ਆ ਇਹ ਕਿਹਨੂੰ ਸ਼ੋ ਕਰ ਰਿਹਾ ਮਾਈਨਸ 1 ਸਹੀ 3/4 ਤੇ ਜਿਹੜਾ ਕਿੱਥੋਂ ਆਇਆ ਸੀਗਾ ਮਾਈਨਸ 7/4 ਤੋਂ ਮਤਲਬ ਆਹ ਪੁਆਇੰਟ ਜਿਹੜਾ ਵਾ ਇਹ ਮਾਈਨਸ 7/4 ਨੂੰ ਦਰਸਾ ਰਿਹਾ। ਇਸ ਤਰ੍ਹਾਂ ਤੁਸੀਂ ਹੋਰ ਵੀ ਬਹੁਤ ਸਾਰੀਆਂ ਪ੍ਰਮੇਯ ਸੰਖਿਆਵਾਂ ਜਿਨ੍ਹਾਂ ਨੂੰ ਸੰਖਿਆ ਰੇਖਾ ਦੇ ਉੱਤੇ ਦਰਸਾ ਸਕਦੇ ਹਾਂ। ਆਓ ਹੁਣ ਅਸੀਂ ਅਗਲਾ ਟੌਪਿਕ ਲੈਂਦੇ ਹਾਂ ਪ੍ਰਮੇਯ ਸੰਖਿਆਵਾਂ ਦਾ ਜੋੜ ਅਤੇ ਘਟਾਓ। ਹੁਣ ਅਸੀਂ ਪ੍ਰਮੇਯ ਸੰਖਿਆਵਾਂ ਨੂੰ ਜੋੜਾਂਗੇ ਤੇ ਘਟਾਵਾਂਗੇ। ਜੋੜ ਅਤੇ ਘਟਾਓ। ਆਓ ਆਪਾਂ ਪਹਿਲਾਂ ਜੋੜ ਦਾ ਸਵਾਲ ਦੇਖਦੇ ਹਾਂ। ਪਹਿਲਾ ਸਵਾਲ ਹੈ ਸਾਡੇ ਕੋਲ 5/3 ਪਲੱਸ 3/5 ਇਹ ਰਕਮ ਹੈ ਸਾਡੇ ਕੋਲ। ਹੁਣ ਇਹਨੂੰ ਅਸੀਂ ਕਿਸ ਤਰ੍ਹਾਂ ਜੋੜਨਾ ਇਹਦੇ ਵਿੱਚ ਦੇਖੋ ਹਰ ਦੇ ਵਿੱਚ ਪਹਿਲੀ ਦੇ ਵਿੱਚ ਕਿੰਨਾ ਵਾ 3 ਦੂਜੀ 'ਚ ਕਿੰਨਾ 5 ਅਸੀਂ ਹਰ ਵਾਲੀਆਂ ਰਕਮਾਂ ਦਾ ਲਘੁੱਤਮ ਲੈਣਾ 3 ਤੇ 5 ਦਾ ਲਘੁੱਤਮ। ਇਹ ਕਿਸੇ ਹੋਰ ਪਹਾੜੇ ਤੇ ਨਹੀਂ ਜਾਂਦੀਆਂ ਆਪਣੇ ਪਹਾੜੇ ਤੇ ਜਾਂਦੀਆਂ। 3 ਨਾਲ ਭਾਗ ਕਰਾਂਗੇ 3 ਏਕਮ 3 ਡਿਵਾਈਡ ਕਰਾਂਗੇ ਇਹਨੂੰ ਇਹ 5 ਆ ਗਿਆ। ਹੁਣ 5 ਨਾਲ ਵੰਡਾਂਗੇ ਇਹਨੂੰ 5 1 5 ਏਕਮ 5 ਤੇ ਸਾਡਾ ਲਘੁੱਤਮ ਸਮਾਪਵਰਤਕ LCM ਕੀ ਆ ਗਿਆ ਆਹ ਵਾਲੀਆਂ ਸੰਖਿਆਵਾਂ ਦੀ ਗੁਣਾ 3 ਗੁਣਾ 5 ਪੰਜੂ-ਤੀਏ ਕਿੰਨਾ ਆ ਗਿਆ ਸਾਡਾ 15। ਹੁਣ ਕਰਨਾ ਕੀ ਆ ਅਸੀਂ ਹਰੇਕ ਪ੍ਰਮੇਯ ਸੰਖਿਆ ਦੇ ਹਰ ਵਿੱਚ ਹਰ ਦਾ ਹੀ ਲਘੁੱਤਮ ਕੱਢਿਆ ਸੀ ਅਸੀਂ ਹਰ ਦੇ ਵਿੱਚ ਅਸੀਂ ਹੁਣ 15 ਬਣਾਉਣਾ। ਜਿੱਦਾਂ ਪਹਿਲੀ ਸੰਖਿਆ ਵਾ 5/3 ਹੁਣ 3 ਨੂੰ ਕਿੰਨੇ ਨਾਲ ਗੁਣਾ ਕਰਕੇ ਸਾਡਾ ਲਘੁੱਤਮ 15 ਬਣੇਗਾ 3 5 15। ਜੇ ਅਸੀਂ ਥੱਲੇ ਗੁਣਾ ਕੀਤੀ ਆ ਤੇ ਸਾਨੂੰ ਉੱਪਰ ਵੀ ਕਿੰਨੇ ਨਾਲ ਗੁਣਾ ਕਰਨੀ ਪੈਣੀ ਆ 5 ਨਾਲ ਤਾਂ ਕਿ ਸਾਡੀ ਅਸਲੀ ਜਿਹੜੀ ਪ੍ਰਮੇਯ ਸੰਖਿਆ ਉਹਦੇ ਤੇ ਅਸਰ ਨਾ ਪਵੇ। ਜਦੋਂ ਇਹਨੂੰ ਗੁਣਾ ਕਰਾਂਗੇ ਤੇ ਇਹ ਜਿਹੜੀ ਪ੍ਰਮੇਯ ਸੰਖਿਆ ਆ ਜਾਏਗੀ ਉਹ ਇਹਦੇ ਤੁੱਲ ਪ੍ਰਮੇਯ ਸੰਖਿਆ ਆ ਜਾਏਗੀ। ਇਹ ਕਾਹਦੇ ਲਈ ਕਰ ਰਹੇ ਹਾਂ ਅਸੀਂ ਕਿਉਂਕਿ ਹਰ ਬਰਾਬਰ ਕਰਨੇ ਆ। ਹਰ ਬਰਾਬਰ ਕਰਨ ਨਾਲ ਸਾਨੂੰ ਇਹਨਾਂ ਨੂੰ ਜੋੜਨਾ ਆਸਾਨ ਹੋ ਜਾਏਗਾ। ਹੁਣ ਅੱਗੇ ਪਲੱਸ ਦਾ ਚਿੰਨ੍ਹ ਹੈ ਪਲੱਸ 3/5 ਹੁਣ ਹਰ ਦੇ ਵਿੱਚ 5 ਹੈ 5 ਨੂੰ ਕਿੰਨੇ ਨਾਲ ਗੁਣਾ ਕੀਤਿਆ ਸਾਡਾ ਲਘੁੱਤਮ 15 ਆਏਗਾ 3 ਨਾਲ ਪੰਜੂ-ਤੀਏ 15 ਜੇ 3 ਨਾਲ ਥੱਲੇ ਗੁਣਾ ਕੀਤੀ ਹੈ ਤਾਂ ਉੱਪਰ ਵੀ ਕਿੰਨੇ ਨਾਲ ਕਰਨੀ ਪੈਣੀ ਆ 3 ਨਾਲ ਗੁਣਾ ਕਰਨੀ ਪੈਣੀ ਆ। ਹੁਣ ਇਹਨਾਂ ਨੂੰ ਗੁਣਾ ਕਰੀਏ ਪੰਜੂ 5 25/ਪੰਜੂ-ਤੀਏ 15 ਪਲੱਸ 3 9/ਪੰਜੂ-ਤੀਏ 15 ਆਹ ਸਾਡੇ ਕੋਲ ਰਕਮ ਆ ਗਈ। ਹੁਣ ਇਹਦੇ 'ਚ ਦੇਖੋ ਇਹਨਾਂ ਦੇ ਹਰ ਆਪਸ 'ਚ ਕੀ ਹੋ ਗਏ ਬਰਾਬਰ। ਜਦੋਂ ਹਰ ਬਰਾਬਰ ਹੋ ਗਏ ਤਾਂ ਫਿਰ ਅਸੀਂ ਵੱਡਾ ਪਾ ਕੇ ਹਰ ਨੂੰ ਲਿਖਣਾ ਤੇ ਅੰਸ਼ ਜਿਹੜੇ ਆ ਉਹਨਾਂ ਨੂੰ ਕੀ ਕਰ ਦੇਣਾ ਪਲੱਸ ਕਰ ਦੇਣਾ। ਇਹ ਬਣੇਗਾ 25 + 9। ਹੁਣ 25 ਦੇ ਵਿੱਚ 9 ਜੋੜਾਂਗੇ ਅਸੀਂ ਤੇ ਸਾਡਾ ਕਿੰਨਾ ਬਣ ਗਿਆ 25 ਤੇ 9 34। ਦੋਨਾਂ ਦਾ ਚਿੰਨ੍ਹ ਸੇਮ ਆ ਜੋੜ ਦੇਣੇ ਆ। ਚਿੰਨ੍ਹ ਵੱਡੀ ਵਾਲਾ ਕਿੰਨਾ ਪਲੱਸ ਦਾ ਚਿੰਨ੍ਹ ਬਟੇ ਵਿੱਚ ਕਿੰਨਾ ਆ ਗਿਆ ਸਾਡਾ 15। ਇਸ ਤਰੀਕੇ ਨਾਲ ਅਸੀਂ ਇਹ ਜੋੜ ਦਾ ਸਵਾਲ ਜਿਹੜਾ ਉਹ ਕਰਦੇ ਹਾਂ। ਆਓ ਹੁਣ ਅਸੀਂ ਇੱਕ ਹੋਰ ਸਵਾਲ ਦੇਖਦੇ ਹਾਂ। ਸਵਾਲ ਸਾਡੇ ਕੋਲ ਹੈ -9/10 ਪਲੱਸ 22/15। ਹੁਣ ਇਹਦੇ ਵਿੱਚ ਅਸੀਂ ਦੇਖਣਾ ਵੀ 10 ਤੇ 15 ਦਾ LCM ਲਘੁੱਤਮ ਸਮਾਪਵਰਤਕ ਕਿੰਨਾ ਆਉਂਦਾ। ਹੁਣ ਲਘੁੱਤਮ ਕੱਢੀਏ ਇਹਦਾ 10 ਦਾ ਤੇ 15 ਦਾ। ਹੁਣ ਇਹਨਾਂ ਨੂੰ ਅਸੀਂ ਵੰਡਣਾ ਵਾ। ਵੰਡਣ ਲੱਗਿਆ ਜ਼ਰੂਰੀ ਨਹੀਂ ਹੈਗਾ ਵੀ ਅਸੀਂ 2 ਤੋਂ ਹੀ ਸ਼ੁਰੂ ਕਰਨਾ। ਜੇ ਫਟ ਸਾਨੂੰ ਪਤਾ ਲੱਗ ਗਿਆ ਵੀ ਇਹ ਦੋਨੇ ਸੰਖਿਆਵਾਂ ਕਿਸੇ ਵੱਡੀ ਰਕਮ ਨਾਲ ਵੰਡ ਹੁੰਦੀਆਂ ਭਾਜ ਸੰਖਿਆ ਨਾਲ ਪ੍ਰਾਈਮ ਨੰਬਰ ਨਾਲ ਤਾਂ ਅਸੀਂ ਉਹਦੇ ਨਾਲ ਵੰਡ ਦੇਣਾ 5 ਨਾਲ ਵੰਡ ਦੇਣਾ। 5 ਨਾਲ 10 ਵੀ ਆਉਂਦਾ 15 ਵੀ ਆਉਂਦਾ। 5 ਦੂਣੀ 10 ਪੰਜੂ-ਤੀਏ 15। ਹੁਣ 2 ਜਿਹੜਾ 2 ਤੇ ਜਾਣਾ 2 ਏਕਮ 2 3 ਨਹੀਂ ਆਉਂਦਾ 3 ਲਿਖਤਾ। ਹੁਣ 3 ਨਾਲ ਕੀਤਾ 1 3 ਏਕਮ 3 ਤੇ ਸਾਡਾ ਜਿਹੜਾ LCM ਆ ਲਘੁੱਤਮ ਸਮਾਪਵਰਤਕ ਉਹ ਕਿੰਨਾ ਆ ਗਿਆ 5 ਗੁਣਾ 2 ਗੁਣਾ 3 5 ਦੂਣੀ 10 10 ਤੀਏ ਕਿੰਨਾ ਆ ਗਿਆ ਸਾਡੇ ਕੋਲ 30 ਲਘੁੱਤਮ ਆ ਗਿਆ। ਹੁਣ ਅਸੀਂ ਹਰੇਕ ਪ੍ਰਮੇਯ ਸੰਖਿਆ ਦੇ ਹਰ ਵਿੱਚ 30 ਬਣਾਉਣਾ। ਪਹਿਲਾ -9/10 ਹੁਣ 10 ਨੂੰ ਕਿੰਨੇ ਨਾਲ ਗੁਣਾ ਕਰਕੇ ਸਾਡੇ ਕੋਲ 30 ਆਏਗਾ। 10 ਨੂੰ 3 ਨਾਲ ਗੁਣਾ ਕਰਕੇ ਜੇ ਥੱਲੇ 3 ਨਾਲ ਕੀਤਾ ਤੇ ਉੱਪਰ ਵੀ ਕਿੰਨੇ ਨਾਲ ਕਰਨੀ ਪੈਣੀ ਆ 3 ਨਾਲ ਗੁਣਾ ਕਰਨੀ ਪੈਣੀ ਆ ਪਲੱਸ 22/15। ਹੁਣ 15 ਨੂੰ ਕਿੰਨੇ ਨਾਲ ਗੁਣਾ ਕਰਕੇ 30 ਆਉਂਦਾ 2 ਨਾਲ। ਜੇ ਥੱਲੇ 2 ਨਾਲ ਕੀਤੀ ਆ ਤਾਂ ਉੱਪਰ ਵੀ ਕਿੰਨੇ ਨਾਲ ਕਰਾਂਗੇ 2 ਨਾਲ ਗੁਣਾ ਕਰਾਂਗੇ। ਇਹ ਦੋਨੇ ਜਦੋਂ ਗੁਣਾ ਕਰਕੇ ਜਵਾਬ ਲਿਖਾਂਗੇ ਉਹ ਇਹਨਾਂ ਦੋਵਾਂ ਪ੍ਰਮੇਯ ਸੰਖਿਆਵਾਂ ਦੇ ਤੁੱਲ ਪ੍ਰਮੇਯ ਸੰਖਿਆਵਾਂ ਆ ਜਾਣਗੀਆਂ। ਹੁਣ ਇਹ ਆਏਗਾ -9 ਗੁਣਾ 3 ਪਲੱਸ ਦੇ ਇਹ ਮਾਈਨਸ ਇਹ ਪਲੱਸ ਦੀ ਮਾਈਨਸ ਪਲੱਸ -9 ਤੀਆ 27/10 ਤੀਆ ਕਿੰਨਾ ਆ ਗਿਆ ਸਾਡੇ ਕੋਲ 30 ਆ ਗਿਆ ਪਲੱਸ 22 ਦੂਣ 44/15 ਦੂਣਾ ਕਿੰਨਾ ਆ ਗਿਆ ਸਾਡੇ ਕੋਲ 30।
ਹੁਣ ਅਸੀਂ ਇਹਨੂੰ ਹੱਲ कर लेना। ਹੁਣ तरीका ਉਹੀ आ, बटा ਵੱਡਾ पा के हार बराबर ने, दोनों का साझा हार लिखता 30 ते अंश जिहड़े ने -27 प्लस कितना वा साडे को 44। हुण इन्हां नूं असीं हल करके साडा जवाब आ जाएगा। हुण ये माइनस की रकम है, प्लस की आ, इन्हां नूं माइनस करांगे, 44 विचों 27 माइनस कीते तो ये साडे कोल आ गया, कितना साडे कोल आ गया, ये 7 घटाते 14 विचों 17 आ गया साडे कोल। 17 काहदे आने आ, प्लस दे आने आ। प्लस दे क्यों आने आ, क्योंकि प्लस की रकम की आ, अंक वड्डा वा, बटे विच साडा कितना आ गया 30। इसदा मतलब साडा जवाब आ गया 17/30 आ गया। इस तरीके नाल सवाल आपां कर सकते हैं। हुण असीं कुछ सवाल जिथे प्लस का चिन्ह आ उत्थे हुण माइनस का करना सेम आ, ये जोड़ दे सवाल आ, ते दूजे जिहड़े जे माइनस का वा तो उहनूं असीं की करना, घटाओ का सवाल हो गया। असीं हुण घटाओ करांगे। आओ देखते हैं सवाल की रकम साडे कोल है 7/24 माइनस 17/36। हुण इहनूं हल करिए। हुण 24 ते 36 का लघुत्तम कढ़ना, 24 ते 36 का लघुत्तम कढ़ीए। 24 ते 36 दोने 2 दे गुण जिहा, इसदा मतलब 2 दे पहाड़े ते आ जाने। ये 12 दूणा 24 ते 18 दूणा 36, 12 ते 18 फिर 2 ते चल जाने आ, 2 ते 6 दूणी 12, 9 दूणी 18। हुण आपां नूं पता 6 ते 9 किन्ने ते जांदे आ, 3 ते, 3 दूणी 6, 3 तीए 9। हुण फिर किन्ने ते 2 ते। जरूरी नहीं हैगा भी असीं लगातार ही 2 ते करना। हुण इत्थे 3 ते करके फिर 2 ते कर सकते। 2 एकम 2, 3 उदां ही आ गया साडे कोल। हुण 3 ते करिए, 3 एकम 3। हुण साडा लघुत्तम कितना आएगा, LCM बराबर सीधा ही मैं हुण गुणा करके लिख देना, 2 दूणी 4, 4 तीए 12, 12 दूणा 24, 24 तीया 72। इसदा मतलब साडा LCM कितना आ गया, 72 आ गया। हुण असीं इन्हां दो रकमां दे हर विच 72 बनावांगे। किद्दां बनेगा देखो, 7/24, 24 नूं किन्ने नाल गुणा करके 72 आऊगा, 24 तीया 72, 3 नाल गुणा, जे थल्ले 3 नाल कीती उपर भी किन्ने नाल करनी पैनी आ, 3 नाल, माइनस 17/36, 36 नूं किन्ने नाल गुणा करांगे 72 आएगा, 36 दूणा 72, उपर भी किन्ने नाल करनी पैनी आ, 2 नाल गुणा करनी पैनी आ। हुण 7 तीया 21/24 तीया 72, माइनस 17 दूणा 34/36 दूणा कितना आ गया साडे को 72 आ गया। देखो हार बराबर हो गए। हुण आपां इन्हां नूं हल करके अपना जवाब जिहड़ा वो कढ सकते हैं। हार बराबर ने ते लघुत्तम कितना आ गया साडा 72 सीगा, 72 लिख लिया। हुण अंश जिहड़े आ उन्हां नूं की करना, दोने सेम आ हर, अंश जिहड़े आ वो जो चिन्ह आ वो विच पा के लिख देना, 21 माइनस 34, 21 माइनस 34। हुण ये प्लस दी है माइनस दी घटावांगे तो वड्डे मुल दे विचों दा चिन्ह जिहड़ा वो जवाब च लगेगा। 34 चों 21 माइनस कीते 13 आ गए, 13 काहदे आने आ, माइनस दे, बटे विच साडा कितना आ गया 72। इसदा मतलब साडा जवाब आ गया -13/72। आओ हुण अगला सवाल देखते हैं। अगला सवाल साडा हैगा 5/63, 5/63 माइनस 6/21। हुण इहदे च ख्याल रखना, 2 माइनस के चिन्ह आ गया साडे कोल। तरीका सेम आ, असीं पहलों की कड्डांगे 63 का ते 21 का लघुत्तम कड्डांगे। 63 21 ਇਹਦਾ लघुत्तम कढ़ीए। हुण 63 ਤੇ 21 ਆਪਾਂ ਨੂੰ फटाफट पता लग जाता भी ये 7 के पहाड़े ते जाते हैं। 7 नाम 63, 7 तीया 21। हुण साडे कोल 9 ते 3 आ गया। हुण ये किन्ने ते जाते हैं 3, 3 तीए 9, 3 एकम 3। हुण फिर ये 3 किन्ने ते जाऊगा 1 ते। ਇਹਦਾ मतलब साडा LCM किन्ना आ गया, 7 तीया 21, 21 तीया 63। LCM किन्ना आ गया साडा 63 आ गया। हुण असीं हर दे विच 63 बनाउणा। हुण पहिलां ही पहली रकम दे हर दे विच किन्ना वा 63 आ। इसदा मतलब इहनूं किन्ने नाल गुणा करनी आ, 1 नाल, उन्ना ही रह जूगा। जे थल्ले 1 नाल कीती उपर भी किन्ने करनी पैनी आ, 1 नाल। माइनस 6/21। हुण 21 दे टेबल ते 63 किन्ने ते आउंदा, 21 तीया 63। थल्ले 3 नाल गुणा कीती आ, उपर भी किन्ने नाल करनी पैनी, सानूं 3 नाल गुणा करनी पैनी आ। ਇਹਦੇ ਵਿੱਚ देखो 5 एकम 5,
बटा 63। ये तो वही संख्या रहेगी क्योंकि एक ना गुणा होंदी सी। इत्थे देखो माइनस 6 तीए 18 बटा 21 तीया कितना आ गया साडा 63 आ गया। हुण इन्हां दा आपां एलसीएम लै लिया वा। हुण इहनूं असीं वड्डे बटे दे विच जदों दो रकमां सेम होण तां इहदा फिर आपां मान लो एलसीएम ही लैना, तो एलसीएम इहदा कितना आ जाऊगा साडा 63 आ जाऊगा। हुण अंश जिहड़े आ उन्हां नूं चिन्हां समेत लिख देना। पहली रकम 5, हुण इत्थे ख्याल नाल लिखना, पहला चिन्ह किहड़ा माइनस 18 नाल भी की लगा माइनस 18, जदों दो चिन्ह माइनस के इकट्ठे हो जाने तो उन्होंने की पा देना असी ब्रैकेट पा देनी। हुण ये देखो साडे कोल की बन गया 5 माइनस माइनस प्लस 18 बटा 63। हुण 5 ते जिहड़े 18 वा उन्होंने प्लस कर देना। ये किन्ने हो गए 23, 18 च 5 असी प्लस करते बटा 63। ਇਹਦਾ ਮਤਲਬ ਸਾਡਾ ਜਵਾਬ ਕਿੰਨਾ ਆ ਗਿਆ 23 ਬਟਾ 63। ਇਹ ਸੀਗੇ ਪ੍ਰਮੇय ਸੰਖਿਆਵਾਂ ਦਾ ਜੋੜ ਅਤੇ ਘਟਾਓ ਨਾਲ ਸੰਬੰਧਿਤ ਸਵਾਲ। ਹੁਣ ਅਸੀਂ ਕਰਾਂਗੇ ਪ੍ਰਮੇय ਸੰਖਿਆਵਾਂ ਦੀ ਗੁਣਾ ਅਤੇ ਭਾਗ। ਗੁਣਾ ਅਤੇ ਭਾਗ ਆਓ ਆਪਾਂ ਦੇਖਦੇ ਹਾਂ ਵੀ ਪ੍ਰਮੇय ਸੰਖਿਆ ਦੀ ਗੁਣਾ ਅਤੇ ਭਾਗ ਕਿਸ ਤਰ੍ਹਾਂ ਕਰਦੇ ਹਾਂ। ਸਭ ਤੋਂ ਪਹਿਲਾਂ ਅਸੀਂ ਅਤੇ ਭਾਗ, सब तो पहला असी गुणा के सवाल लवांगे। पहला सवाल साडे को गुणा का हैगा 9 बटा 2 गुणा माइनस 7 बटा 4। गुणा दे विच दो चीज़ों का ख्याल रखना। एक तो चिन्हां की गुणा सानू पता होना चाहिए। जे दोने प्लस वाली रकमां तो जवाब प्लस च आउणा, दोने माइनस वालियां तो जवाब तां भी प्लस च आउणा। जे दोने उल्ट चिन्ह वाली रकमां नूं गुणा कर रहे हैं तो जवाब काहदे च आएगा माइनस च आएगा। हुण इहदे विच देखो साडे कोल 9 बटा 2 गुणा माइनस 7 बटा 4। गुणा करने का तरीका की आ, अंश नूं अंश नाल गुणा करनी आ, हर नूं हर नाल गुणा करनी आ। लेकिन उस तो पहला असीं एक गल चैक कर लैनी भी की अंश ते हर विच कोई दो रकमां किसी सांझे पहाड़े नाल वंड तो नहीं हुंदियां, किसी टेबल दे नाल आउंदियां तो नहीं। जे आउंदियां तो उन्हां नूं कट लेना। हाँ, एक गलती बच्चे करते आ, की आ हर नूं हर नाल नहीं कट्टना असीं। जिदा 2 ते 4 2 के पहाड़े ते आउंदे आ, जे असीं इदां कर दिंदे आ 2 एकम 2 2 दूनी 4 ते गलत है। हर वाली रकम नूं हर वाली नाल नहीं कट सकते, अंश वाली नूं अंश वाली नाल नहीं वंड सकते। एक अंश ते होनी चाहिए, चाहे उपर थल्ले होवे चाहे क्रॉस होवे। इस गल का तुसीं ख्याल रखना। हुण इहदे विच 2 के पहाड़े ते ना 9 आउंदा ना 7 आउंदा, 4 के पहाड़े ते भी ना 9 आउंदा ना 7 आउंदा। इहदा मतलब असीं इन्हां नूं हुण सीधा ही गुणा करांगे। गुणा करन तो पहलां ये प्लस ये माइनस की आएगा माइनस 9 7 63 बटा 4 दूनी कितना आ गया साढ़े को 8 आ गया। ये साडा गुणा का जवाब आ गया। हुण असीं दूजा सवाल देखते हैं। सैकंड सवाल गुणा का वो साडे कोल है 9 बटा 3 बटा 10 गुणा माइनस 9। हुण जिहड़ी माइनस 9 आ ये भी एक प्रमेय संख्या वा, क्योंकि ये बटे विच जे कुछ नहीं तो कितना लिख सकते आपां 1 लिख सकते हैं। हुण ये भी असीं पहलों चैक करना भी क्रॉस जां उपर थल्ले रकमां किसी पहाड़े ते जांदियां 3 नाल 10 नहीं आउंदा ते 9 ते 10 भी आपस में नहीं कट होंदे। हुण सीधी असीं इन्हां नूं की करांगे गुणा करांगे। ये प्लस दी ये माइनस दी प्लस माइनस माइनस 9 तिया 27 बटा 10 एकम कितना आ गया साडा 10 आ गया। इस तरीके का साडा जिहड़ा सवाल है वो हल हो गया। हुण असीं अगला सवाल देखते हैं। अगला सवाल साडे को की है माइनस, तीजा सवाल इहदा माइनस 6 बटा 5 गुणा 9 बटा 11। हुण इहदे च भी ध्यान दिओ उपर थल्ले पहाड़े दे नाल कोई संख्या कट हुंदी है, जे कट हुंदी है तो कट्टनी है, जे नहीं कट हुंदी तो आपां सीधा ही उन्हां नूं अंश नूं अंश नाल गुणा कर देनी है, हर नूं हर नाल गुणा कर देनी है। साढ़े को है माइनस दी प्लस दी माइनस प्लस माइनस 9 शीक 54 बटा 11 5 55। ये साढ़े को जवाब आ गया। ये सीगे साढ़े गुणा के सवाल। हुण असीं कुछ भाग के सवाल करांगे, उहदे विच भी गुणा ही होनी आ, इस करके इन्हां दी प्रैक्टिस भी तुहाडी उन्हां सवालों दे विच हो जानी है। हुण मान लो साढ़े को सवाल है भाग का सवाल। भाग का सवाल असीं करांगे, डिवाइड करांगे असीं। पहला सवाल है माइनस 4 भाग 2 बटा 3। ये सवाल है।
ਹੁਣ ਇਹਦੇ ਵਿੱਚ ਦੇਖੋ ਭਾਗ ਕਿਸ ਤਰ੍ਹਾਂ ਕਰਨੀ ਆ। ਅਸੀਂ ਪਹਿਲੀ ਜਿਹੜੀ ਪ੍ਰਮੇय ਸੰਖਿਆ ਵਾ ਇਹਨੂੰ ਅਸੀਂ ਬਟੇ ਵਿੱਚ 1 ਲਿਖ ਲਿਆ, ਭਾਗ 2/3 ਕਰਨਾ ਕੀ ਆ, ਪਹਿਲੀ ਪ੍ਰਮੇय ਸੰਖਿਆ ਉੱਦਾਂ ਹੀ ਲਿਖਣੀ ਆ -4/1। ਭਾਗ ਦਾ ਚਿੰਨ੍ਹ ਜਿਹੜਾ ਉਹਨੂੰ ਗੁਣਾ 'ਚ ਬਦਲ ਦੇਣਾ ਤੇ ਅਗਲੀ ਰਕਮ ਦਾ ਉਲਟ ਕ੍ਰਮ ਲੈ ਲੈਣਾ 3/2। ਭਾਗ ਦਾ ਕੀ ਮਤਲਬ ਹੈ, ਭਾਗ ਤੋਂ ਬਾਅਦ ਜਿਹੜੀ ਰਕਮ ਨਾਲ ਭਾਗ ਕਰਨੀ ਅਸੀਂ, ਜਿਹੜੀ ਪ੍ਰਮੇय ਸੰਖਿਆ ਨਾਲ ਭਾਗ ਕਰਨੀ ਆ, ਅਸਲ ਵਿੱਚ ਅਸੀਂ ਉਹਦੇ ਉਲਟ ਕ੍ਰਮ ਨਾਲ ਰੈਸੀਪ੍ਰੋਕਲ ਨਾਲ ਗੁਣਾ ਕਰ ਦੇਣੀ ਆ। ਤੇ ਇਹ ਸਾਡਾ ਗੁਣਾ ਦਾ ਹੀ ਸਵਾਲ ਬਣ ਗਿਆ। ਹੁਣ ਕਰੀਏ ਅਸੀਂ। ਹੁਣ ਇੱਥੇ ਅੰਸ਼ ਤੇ ਹਰ ਵਿੱਚ ਦੇਖੋ 4 ਤੇ 2 ਪਹਾੜੇ ਤੇ ਕੱਟ ਹੋ ਜਾਂਦੇ ਆ, 2 ਏਕਮ 2, 2 ਦੂਣੀ 4 ਤੇ ਸਾਡੇ ਕੋਲ ਬਾਕੀ ਦੇਖੋ ਹੁਣ ਕੋਈ ਨਹੀਂ ਕੱਟ ਹੁੰਦੀ ਹੈ। -2 ਗੁਣਾ 3 ਇਹ ਸਾਡੇ ਆ ਗਿਆ ਮਾਈਨਸ ਪਲੱਸ ਮਾਈਨਸ 3 ਦੂਣੀ 6/1 ਏਕਮ 1 ਤੇ ਸਾਡਾ ਜਵਾਬ ਆ ਗਿਆ -6/1। ਇਹ ਸਵਾਲ ਸੀ। ਆਓ ਹੁਣ ਅਸੀਂ ਭਾਗ ਦਾ ਇੱਕ ਹੋਰ ਸਵਾਲ ਦੇਖਦੇ ਹਾਂ। ਅਗਲਾ ਸਵਾਲ ਸਾਡਾ ਹੈ ਸੈਕੰਡ ਸਵਾਲ ਭਾਗ ਦਾ -7/12 ਭਾਗ -2/13। ਤਰੀਕਾ ਸੇਮ, -7/12 ਭਾਗ ਨੂੰ ਕਾਹਦੇ 'ਚ ਬਦਲ ਦੇਣਾ, ਗੁਣਾ ਦੇ ਵਿੱਚ, ਤੇ ਇਹਦਾ ਕੀ ਲੈ ਲੈਣਾ ਉਲਟ ਕ੍ਰਮ। ਉਲਟ ਕ੍ਰਮ ਇਹਦਾ ਕੀ ਆਊਗਾ 13/-2 13/-2। ਹੁਣ 12 ਤੇ 13 ਆਪਸ 'ਚ ਨਹੀਂ ਕੱਟ ਹੁੰਦੇ, 12 7 ਵੀ ਨਹੀਂ ਕੱਟ ਹੁੰਦੇ, 2 ਨਾਲ ਵੀ ਨਾ 7 ਆਉਂਦਾ ਨਾ 13 ਆਉਂਦਾ। ਇਸ ਕਰਕੇ ਅਸੀਂ ਅੰਸ਼ ਨੂੰ ਅੰਸ਼ ਨਾਲ ਗੁਣਾ, ਹਰ ਨੂੰ ਹਰ ਨਾਲ ਗੁਣਾ ਕਰਕੇ ਆਪਣਾ ਜਵਾਬ ਜਿਹੜਾ ਉਹ ਕੱਢ ਲੈਣਾ। ਹੁਣ ਅੰਸ਼ ਨੂੰ ਅੰਸ਼ ਨਾਲ ਗੁਣਾ ਕਰੀਏ, ਮਾਈਨਸ ਦੀ ਇਹ ਪਲੱਸ ਦੀ, ਮਾਈਨਸ ਪਲੱਸ ਮਾਈਨਸ 13 7 91 ਬਟਾ ਪਲੱਸ ਮਾਈਨਸ ਮਾਈਨਸ 12 ਦੂਣਾ 24 ਇਹ ਸਾਡਾ ਆ ਗਿਆ -91/24। ਜਿੱਦਾਂ ਆਪਾਂ ਗੁਣਾ ਦੇ ਵਿੱਚ ਮਾਈਨਸ ਮਾਈਨਸ ਪਲੱਸ ਹੋ ਜਾਂਦੀ ਹੈ, ਮਾਈਨਸ ਵਾਲੀ ਰਕਮ ਨੂੰ ਮਾਈਨਸ ਵਾਲੀ ਨਾਲ ਗੁਣਾ ਕਰੀਏ ਕੀ ਹੋ ਜਾਂਦਾ, ਪਲੱਸ ਆ ਜਾਂਦਾ। ਇੱਦਾਂ ਹੀ ਜਿਹੜੀ ਭਾਗ ਹੁੰਦੀ ਹੈ ਇਸ ਤਰ੍ਹਾਂ ਆ, ਇਹਦਾ ਮਤਲਬ ਹੈਗਾ -91 ਨੂੰ -24 ਨਾਲ ਭਾਗ ਕਰਨਾ ਬਟੇ ਦੇ ਵਿੱਚ ਜਦੋਂ ਰਕਮ ਹੋਵੇ, ਤਾਂ ਇਹਦੇ ਵਿੱਚ ਅਸੀਂ ਮਾਈਨਸ ਮਾਈਨਸ ਪਲੱਸ ਵੀ ਕਰ ਸਕਦੇ ਹਾਂ ਜਾਂ ਮਾਈਨਸ ਨਾਲ ਮਾਈਨਸ ਅਸੀਂ ਕੈਂਸਲ ਵੀ ਕਰ ਸਕਦੇ ਹਾਂ। ਤੇ ਸਾਡਾ ਜਿਹੜਾ ਜਵਾਬ ਆ ਜਾਏਗਾ ਉਹ ਕਿੰਨਾ ਆ ਜਾਏਗਾ 91/24। ਇਹ ਭਾਗ ਦਾ ਸਵਾਲ ਸੀਗਾ। ਹੁਣ ਆਪਾਂ ਇੱਕ ਹੋਰ ਸਵਾਲ ਜਿਹੜਾ ਭਾਗ ਦਾ ਦੇਖਾਂਗੇ। ਸਵਾਲ ਸਾਡੇ ਕੋਲ ਹੈ 3 ਬਟਾ ਤੀਜਾ ਸਵਾਲ, ਇਹਦਾ ਤੀਜਾ ਸਵਾਲ ਹੈ 3/13 ਭਾਗ 4/-65। ਆਹ ਰਕਮ ਹੈ ਸਾਡੇ ਕੋਲ। ਦੋਨੇ ਪ੍ਰਮੇय ਸੰਖਿਆਵਾਂ ਨੇ, ਇਹਨਾਂ ਦੀ ਭਾਗ ਕਰਾਂਗੇ। ਸਭ ਤੋਂ ਪਹਿਲਾਂ ਪਹਿਲੀ ਪ੍ਰਮੇय ਸੰਖਿਆ ਤਾਂ ਉੱਦਾਂ ਹੀ ਲਿਖਤੀ, ਭਾਗ ਨੂੰ ਕਾਹਦੇ ਵਿੱਚ ਬਦਲ ਦੇਣਾ, ਗੁਣਾ ਦੇ ਵਿੱਚ। ਅਗਲੀ ਪ੍ਰਮੇय ਸੰਖਿਆ ਨੂੰ ਅਸੀਂ ਉਹਦਾ ਉਲਟ ਕ੍ਰਮ ਲੈ ਲੈਣਾ -65/4 -65/4। ਹੁਣ ਦੇਖੋ ਉੱਪਰ ਥੱਲੇ ਕਿਸੇ ਪਹਾੜੇ ਦੇ ਨਾਲ, ਕਿਸੇ ਟੇਬਲ ਦੇ ਨਾਲ ਕੋਈ ਦੋ ਸੰਖਿਆਵਾਂ ਆਉਂਦੀਆਂ, ਜੇ ਆਉਂਦੀਆਂ ਤਾਂ ਉਹਨਾਂ ਨੂੰ ਅਸੀਂ ਕੱਟ ਦੇਣਾ। ਜਿੱਦਾਂ 13 ਏਕਮ 13, 13 5 65 ਆ ਗਿਆ ਸਾਡੇ ਕੋਲ। ਹੁਣ ਅਸੀਂ ਗੁਣਾ ਕਰ ਲੈਣੀ ਇਹਨਾਂ ਨੂੰ। ਗੁਣਾ ਕਿਸ ਤਰ੍ਹਾਂ ਕਰਾਂਗੇ, ਇਹ ਪਲੱਸ ਦੀ ਰਕਮ ਹੈ, ਕਾਹਦੀ ਹੈ, ਮਾਈਨਸ ਦੀ। ਪਲੱਸ ਮਾਈਨਸ ਮਾਈਨਸ 5 ਤੀਏ 15/4 ਏਕਮ 4 ਤੇ ਸਾਡਾ ਜਵਾਬ ਆ ਗਿਆ -15/4। ਇਸ ਤਰ੍ਹਾਂ ਅਸੀਂ ਇਹ ਭਾਗ ਦੇ ਸਵਾਲ ਜਿਹੜੇ ਉਹ ਕਰ ਲੈਣੇ। ਹੁਣ ਆਪਾਂ ਇਸ ਲੈਕਚਰ ਦੇ ਵਿੱਚ ਪ੍ਰਮੇय ਸੰਖਿਆ ਨੂੰ ਸੰਖਿਆ ਰੇਖਾ ਤੇ ਦਰਸਾਉਣਾ, ਪ੍ਰਮੇय ਸੰਖਿਆਵਾਂ ਦੀ ਜੋੜ ਅਤੇ ਘਟਾਓ, ਨਾਲ ਫਿਰ ਆਪਾਂ ਸਵਾਲ ਕੀਤੇ ਆ ਗੁਣਾ ਅਤੇ ਭਾਗ ਦੇ। ਹੁਣ ਇਹਦੇ ਨਾਲ ਦੇ ਕੁਝ ਸਵਾਲ ਤੁਸੀਂ ਆਪ ਕਰਕੇ ਦੇਖ ਲੈਣੇ ਆ ਤੇ ਇਹਨਾਂ ਸਵਾਲਾਂ ਦੀ ਵੀ ਤੁਸੀਂ ਰਿਵੀਜ਼ਨ ਕਰ ਲੈਣੀ। ਥੈਂਕ ਯੂ ਜੀ।